ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਨ ਤੇ ਤੁਸੀਂ ਦੇਖ ਰਹੇ ਹੋ ਅੱਜ ਦਾ ਪ੍ਰੋਗਰਾਮ ਗੱਲਬਾਤ ਕਰਾਂਗੇ ਇਹਦੇ ਵਿੱਚ ਕੈਨੇਡਾ ਨੂੰ ਲੈ ਕੇ ਤੇ ਯੂਕੇ ਨੂੰ ਲੈ ਕੇ। ਜੇ ਸੋਸ਼ਲ ਸਾਈਟਸ ਨੂੰ ਦੇਖੀਏ, ਐਡਸ ਨੂੰ ਦੇਖੀਏ ਤੇ ਲੱਗਦਾ ਹਰ ਪਾਸੋਂ ਖੁਸ਼ਖਬਰੀਆਂ ਆ ਰਹੀਆਂ ਨੇ। ਐਂਟਰੀਜ਼ ਖੁੱਲ੍ਹ ਗਈਆਂ, ਬੱਚੇ ਹੁਣ ਜਾ ਪਾਉਣਗੇ। ਜਿਹੜੇ ਪਹਿਲੇ ਇੱਕ ਟੈਨਸ਼ਨ ਸੀ ਜਾਂ ਸਵਾਲ ਹੁੰਦਾ ਸੀ ਟਰੈਵਲ ਕਦੋਂ ਸ਼ੁਰੂ ਹੋਣਾ ਹੈ, ਅਸੀਂ ਕਦੋਂ ਜਾਣਾ ਹੈ, ਉਹ ਸਵਾਲ ਦੇ ਕਿਤੇ ਨਾ ਕਿਤੇ ਜਵਾਬ ਮਿਲਦੇ ਨਜ਼ਰ ਆਉਂਦੇ ਨੇ। ਬਟ ਇਹਨਾਂ 'ਚ ਸੱਚਾਈ ਕਿੰਨੀ ਕੁ ਹੈ, ਕਿਹੜੀ ਚੀਜ਼ ਛੁਪਾਈ ਜਾ ਰਹੀ ਹੈ, ਕਿਹੜੀ ਦੱਸੀ ਜਾ ਰਹੀ ਹੈ, ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਯੂਕੇ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਹੈ, ਆਪਣੀ ਪ੍ਰੋਫਾਈਲ ਨੂੰ ਲੈ ਕੇ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਉਸ ਨੰਬਰ 'ਤੇ ਕਾਲ ਕਰ ਸਕਦੇ ਹੋ ਜਿਹੜਾ ਟੀਵੀ ਸਕਰੀਨ 'ਤੇ ਚੱਲ ਰਿਹਾ। ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ ਸੈਟਿੰਗ ਅਬਰੋਡ ਤੋਂ ਆਏ ਗੌਰਵ ਤਲਵਾਰ ਜੀ। ਭਾਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਗੌਰਵ ਭਾਜੀ, ਸ਼ੁਰੂਆਤ ਕਰੀਏ। ਜਿਵੇਂ ਮੈਂ ਕਿਹਾ ਵੀ ਅੱਜ ਜੇ ਐਡਸ ਨੂੰ ਦੇਖੀਏ ਤਾਂ ਲੱਗਦਾ ਵੀ ਬੜਾ ਸੌਖਾ ਹੋ ਗਿਆ, ਬੜਾ ਇੱਕ ਜਿਹੜਾ ਕਹਿ ਲਈਏ ਵੀ ਉਡੀਕ ਸੀ ਜਿਹੜੇ ਸਮੇਂ ਦੀ ਉਹ ਵਾਪਸ ਆ ਗਿਆ ਵੀ ਹੁਣ ਸਾਰਾ ਕੁਝ ਬੈਕ ਟੂ ਨਾਰਮਲ ਹੋ ਗਿਆ। ਕਿਵੇਂ ਦੇਖ? ਨਹੀਂ, ਬਿਲਕੁਲ ਨਾਰਮਲ ਨਹੀਂ ਹੋਇਆ। ਲਾਕਡਾਊਨ ਮੈਨੂੰ ਲੱਗਦਾ 80-85% ਲਿਫਟ ਹੋ ਗਿਆ ਕੈਨੇਡਾ ਵਿੱਚ। ਹੁਣ ਦੁਬਾਰਾ ਤੋਂ ਕੇਸਿਸ ਵਧਣ ਕਰਕੇ ਲਾਕਡਾਊਨ ਲਾ ਰਹੇ ਆ। ਤਾਂ ਬਹੁਤ ਸਾਰੀ ਚੀਜ਼ਾਂ ਦੇਖੋ, ਸੋਸ਼ਲ ਮੀਡੀਆ ਨੂੰ ਅਸੀਂ ਕਦੇ ਵੀ ਮੈਂ ਤੁਹਾਡੇ ਨਾਲ ਹੁਣੇ ਪਹਿਲੇ ਵੀ ਇਹ ਗੱਲ ਕਰ ਰਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਅਸੀਂ ਕਦੇ ਕਿਸੇ ਹੋਟਲ ਦੀ ਫੋਟੋ ਦੇਖਦੇ ਹਾਂ ਤਾਂ ਜਾਂ ਕਿਸੇ ਬ੍ਰਾਂਡ ਦੀ ਫੋਟੋ ਦੇਖਦੇ ਹਾਂ ਤਾਂ ਜੋ ਲੋਕ ਉਹਨੂੰ ਨਕਲੀ ਵੇਚਦੇ ਨੇ ਉਹ ਫੋਟੋ ਓਰੀਜਨਲ ਲਾਉਂਦੇ ਨੇ, ਬਟ ਉਹਨਾਂ ਕੋਲ ਉਹ ਚੀਜ਼ ਨਹੀਂ ਹੁੰਦੀ। ਉਵੇਂ ਹੀ ਜਦੋਂ ਕਿਉਂਕਿ ਕੋਈ ਕੁਆਲਿਟੀ ਚੈੱਕ ਨਹੀਂ ਹੈ, ਬਹੁਤ ਕੋਈ ਅਥੈਂਟਿਸਿਟੀ ਨਹੀਂ ਹੈ। ਜਾਓਗੇ ਹੈ ਚਾਰ ਉਹਨਾਂ ਕੋਲ ਕੈਬਿਨ, ਪਰ ਫੋਟੋ ਜਾਂ ਕੈਨ ਵਿੱਚ ਬਹੁਤ ਵੱਡੀ ਗੱਲ ਆ। ਤਾਂ ਬਹੁਤ ਫਰਕ ਆ ਕਿ ਐਕਚੁਅਲੀ ਤੁਸੀਂ ਐਡਵਰਟਾਈਜ਼ਮੈਂਟ ਜ਼ਰੂਰ ਤੁਹਾਨੂੰ ਜਾਗਰੂਕ ਵੀ ਕਰਦੀ ਹੈ, ਬਟ ਐਡਵਰਟਾਈਜ਼ਮੈਂਟ ਦਾ ਸੋਰਸ ਨੂੰ ਪੜਤਾਲ ਲੈਣਾ ਬਹੁਤ ਜ਼ਰੂਰੀ ਆ। ਤੁਸੀਂ ਆਲੇ ਦੁਆਲੇ ਵਾਲੇ 10-15 ਬੱਚਿਆਂ ਨੂੰ ਜ਼ਰੂਰ ਜੇ ਪੁੱਛੋਗੇ ਤਾਂ ਆਟੋਮੈਟਿਕ ਤੁਹਾਨੂੰ ਕਹੇਗਾ ਕਿ ਮੈਂ ਅਗਰ ਮੇਰਾ ਕੋਈ ਨੁਕਸਾਨ ਹੋਇਆ ਤਾਂ ਮੈਂ ਸੋਸ਼ਲ ਮੀਡੀਆ ਤੋਂ ਦੇਖ ਕੇ ਗਿਆ ਤਾਂ ਮੇਰਾ ਨੁਕਸਾਨ ਹੋ ਗਿਆ। ਸੈਕਿੰਡ ਚੀਜ਼, ਬਿਲਕੁਲ ਕੈਨੇਡਾ ਯੂਕੇ ਦਾ ਰਿਜ਼ਲਟ ਇਸ ਸਮੇਂ 101% ਆ, ਪਰ ਫਿਰ ਉਹੀ ਗੱਲ, ਕੁਝ ਤੱਥ ਦੇਖਣ ਵਾਲੇ ਹੈ ਕਿ ਡਿਗਰੀ ਨੂੰ ਤਾਂ ਕੋਈ ਵੀ ਕੰਟਰੀ ਨਾ ਨਹੀਂ ਕਰਦੀ। ਡਿਗਰੀ ਲਈ ਤਾਂ ਤੁਸੀਂ ਆਸਟ੍ਰੇਲੀਆ ਚਲੇ ਜਾਓ ਤਾਂ ਵੀ ਵੀਜ਼ਾ 100% ਹੈ। ਡਿਗਰੀ ਲਈ ਤੁਸੀਂ ਕੈਨੇਡਾ ਨੂੰ, ਨਿਊਜ਼ੀਲੈਂਡ ਨੂੰ, ਜਿਹਨੂੰ ਮਰਜ਼ੀ ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ ਸਬਮਿਟ ਕਰ ਦਿਓ, ਰਿਜ਼ਲਟ ਹੈਗਾ। ਸੈਕਿੰਡ ਚੀਜ਼ ਇੱਥੇ ਆ ਗਈ ਕਿ ਕੈਨੇਡਾ ਨੂੰ ਲੈ ਕੇ ਜਿੱਥੇ ਬਹੁਤ ਜ਼ਿਆਦਾ ਐਡਵਰਟਾਈਜ਼ ਹੈ, ਉੱਥੇ ਇੱਕ ਚੀਜ਼ ਤੋਂ ਹਾਲੇ ਨਹੀਂ ਅਵੇਅਰ ਹੋਇਆ ਜਾਂ ਉਸ ਬਾਰੇ ਨਹੀਂ ਡਿਸਕਸ਼ਨ ਹੋ ਰਹੀ, ਆਟੋ ਰਿਫਿਊਜ਼ਲਸ ਬਾਰੇ। ਕਿਉਂਕਿ ਪ੍ਰੋਬਲਮ ਇਹ ਹੈ ਕਿ ਹਾਲੇ ਵੀ ਕੈਨੇਡਾ ਵਿੱਚ ਜੋ ਫਾਈਲਸ ਹੈ ਫॉर ਜੈਨ ਇਨਟੇਕ ਨਹੀਂ ਲਾਈ ਜਾ ਰਹੀ। ਕਿਉਂਕਿ ਪ੍ਰੋਬਲਮ ਇੱਥੇ ਆ ਰਹੀ ਹੈ ਕਿ ਤੁਸੀਂ ਫਾਈਲ ਲਾਉਂਦੇ ਹੋ ਤਾਂ ਆਟੋ ਰਿਫਿਊਜ਼ਲ ਤੁਹਾਨੂੰ ਦੇਖਣ ਨੂੰ ਮਿਲਦੀ ਹੈ, ਚਾਹੇ ਉਹ SDS ਦਾ ਪ੍ਰੋਫਾਈਲ ਹੈ, ਚਾਹੇ ਉਹ ਨੋਨ SDS ਦਾ ਪ੍ਰੋਫਾਈਲ ਹੈ। ਕਿਉਂਕਿ ਜੋ ਡਾਕੂਮੈਂਟ ਦੀ ਕੰਪੈਟੀਬਿਲਿਟੀ ਉਹ ਸੌਫਟਵੇਅਰ ਦੀ ਹੈ, ਉਹ ਡਾਕੂਮੈਂਟ ਸਾਡੇ ਕੋਲ ਕੰਪੈਟੀਬਿਲਿਟੀ ਨਹੀਂ ਹੈ ਸਾਡੇ ਇੰਡੀਆ ਵਿੱਚ। ਅੱਛਾ, ਸੁਣਨ 'ਚ ਇਹ ਆਉਂਦਾ ਵੀ ਜਿਵੇਂ ਪਹਿਲੇ ਸੀਗੇ ਨੋਨ SDS ਪ੍ਰੋਫਾਈਲ ਦੀ ਜੇ ਗੱਲ ਕਰੀਏ, 1 ਤੋਂ 5.5 ਜਾਂ 2 ਚੋਂ 5.5, ਉਹਨਾਂ ਦੀ ਰਿਫਿਊਜ਼ਲ ਬਹੁਤ ਵੱਡੇ ਪੱਧਰ 'ਤੇ। ਬਿਲਕੁਲ ਗੱਲ ਸਮਝੋ, ਰੈੱਡ ਫਲੈਗ ਰੇਜ਼ ਕਰਦੇ ਨਾ। 6 ਈਚ ਹੈ, ਇੱਕ ਵਿੱਚ 5.5 ਹੈ। ਉਸ ਤੋਂ ਬਾਅਦ ਤੁਹਾਡਾ ਗੈਪ ਹੈ, ਗੈਪ ਦੇ ਕਿਹੜੇ ਡਾਕੂਮੈਂਟ ਤੁਸੀਂ ਦਿੱਤੇ। ਮੈਂ ਕਿਹਾ ਸਭ ਤੋਂ ਵੱਡਾ ਕਾਰਨ ਇਹ ਦੇਖਿਆ, ਜੋ ਗੈਪ ਦੇ ਔਰ ਮੇਨ ਤੁਹਾਡੇ ਡਾਕੂਮੈਂਟੇਸ਼ਨ ਔਰ ਗੈਪ ਦੇ ਵਿੱਚ ਜੋ ਤੁਸੀਂ ਡਾਕੂਮੈਂਟ ਲਾਏ, ਉਹਦੀ ਔਥੈਂਟਿਸਿਟੀ ਜੋ ਸੌਫਟਵੇਅਰ ਹੈ ਉਹ ਕਲੀਅਰ ਨਹੀਂ ਕਰ ਪਾਉਂਦਾ, ਜਿਹਦੀ ਵਜ੍ਹਾ ਨਾਲ ਬਿਕੋਜ਼ ਆਫ ਡਾਊਟ ਉਹ ਤੁਹਾਨੂੰ ਰਿਫਿਊਜ਼ਲ ਦੇ ਦਿੰਦਾ। ਤਾਂ ਇਹ ਬੜੀ ਚੀਜ਼ਾਂ ਨੇ, ਕਿਉਂਕਿ ਹੁਣ ਜੇ ਫਾਈਲ ਅਸੀਂ ਪੁੱਟ ਕਰਨੀ ਹੈ ਤਾਂ ਇਹ ਬਹੁਤ ਸੋਚ ਸਮਝ ਕੇ ਕਰਨਾ ਹੈ ਕਿ ਜਿਹੜਾ ਡਾਕੂਮੈਂਟ ਅਸੀਂ ਲਾ ਰਹੇ ਹਾਂ, ਜੋ ਅਪਲੋਡ ਕਰ ਰਹੇ ਹਾਂ, ਉਹਦੀ ਔਥੈਂਟਿਸਿਟੀ ਕਿਵੇਂ ਚੈੱਕ ਹੋਏਗੀ। ਸੈਕਿੰਡ ਚੀਜ਼, ਹਾਲੇ ਜੈਨ ਇਨਟੇਕ ਲਈ ਮੈਂ ਤਾਂ ਪਰਸਨਲੀ ਵੇਟ ਕਰ ਰਿਹਾ ਬੱਚਿਆਂ ਦੀ। ਹਾਲੇ ਜਿੰਨੇ ਬੱਚਿਆਂ ਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਫॉर ਜੈਨ, ਫॉर ਮਈ, ਉਹਨਾਂ ਦਾ ਸਾਰਾ ਕੁਝ ਤਿਆਰ ਹੈ। ਬਸ ਜਸਟ ਵੇਟ ਕਿ ਕਿਸ ਦਿਨ ਇਹ ਚੀਜ਼ਾਂ ਥੋੜ੍ਹੀਆਂ ਜਿਹੀ ਨਾਰਮਲ ਹੋਣਗੀਆਂ, ਪੋਜ਼ੀਟਿਵ ਰਿਜ਼ਲਟਸ ਆਉਣਗੇ। ਸੈਕਿੰਡ ਚੀਜ਼, ਇਹ ਬੜੇ ਗੰਭੀਰ ਇਸ਼ੂਜ਼ ਨੇ ਜਿਹਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਕੈਨੇਡਾ ਚਲੇ ਜਾਓ, ਤੁਸੀਂ ਪ੍ਰੋਵਿੰਸ ਚਲੇ ਜਾਓ, ਤੁਸੀਂ 6-2 ਵੀ 5.5 ਨਾਲ ਚਲੇ ਜਾਓ, ਤੁਸੀਂ 6-1 ਵੀ 5.5 ਨਾਲ, ਲੇਕਿਨ ਨਾਲ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਪਤਾ। ਤੁਸੀਂ ਆਰਟਸ ਤੋਂ ਹੋ, ਕਿਹੜੀ ਯੂਨੀਵਰਸਿਟੀ ਜਾਓਗੇ, ਕਿਹੜੇ ਕਾਲਜ ਜਾਓਗੇ, ਚੁਆਇਸ ਕਿੱਥੇ ਆ। ਤੁਸੀਂ ਨੋਨ SDS ਹੋ, 6 ਹੈ, 2 ਵਿੱਚ 5.5 ਆ। ਹੁਣ ਤੁਹਾਡੇ ਕੋਲ ਤੁਹਾਨੂੰ ਗਵਰਨਮੈਂਟ ਕਾਲਜ ਜਾਂ ਜਿਹਨੂੰ ਅਸੀਂ SDS ਆਪਣੀ ਲੈਂਗੁਏਜ 'ਚ SDS ਕਾਲਜ ਵੀ ਕਹਿ ਦਿੰਦੇ ਹਾਂ, SDS ਜੋ ਪ੍ਰੋਸੈਸ ਦੇ ਕਾਲਜ ਤੁਹਾਨੂੰ ਐਡਮਿਸ਼ਨ ਦੇ ਦੇਣਗੇ, ਪਰ ਕੈਂਪਸ ਕਿਹੜਾ ਚੂਜ਼ ਕਰੋਗੇ, ਵੀਜ਼ਾ ਦਾ ਬਹੁਤ ਸਕਸੈਸ ਰੇਟ ਦਾ ਫਰਕ ਪੈਂਦਾ। ਇੱਕ ਕੈਂਪਸ ਜਿਹਦੇ 4000-5000 ਬੱਚਾ ਜਾਂਦਾ, ਇੱਕ ਕੈਂਪਸ ਜਿਹਦੇ 400 ਬੱਚਾ ਜਾਂਦਾ,
ਆਟੋਮੈਟਿਕ ਸਾਨੂੰ ਇਹ ਦੇਖਣਾ ਪੈਂਦਾ ਕਿ ਇਸ ਪ੍ਰੋਫਾਈਲ ਨੂੰ ਕਿੱਥੇ ਲਾਈਏ, ਕਿਉਂਕਿ ਅਗਰ ਅਸੀਂ ਉਸ ਪ੍ਰੋਫਾਈਲ ਨੂੰ ਉਸ ਜਗ੍ਹਾ ਖੜਾ ਕਰ ਦਿੰਦੇ ਹਾਂ ਜਿੱਥੇ ਸਾਰੇ 6 ਈਚ ਵਾਲੇ 6.5 ਵਾਲੇ 7 ਵਾਲੇ ਆ ਕੇ ਖੜ ਜਾਂਦੇ ਆ, ਫਿਰ ਆਟੋਮੈਟਿਕ ਤੁਸੀਂ ਉੱਥੇ ਡਿਜ਼ਰਵ ਕਰਦੇ ਹੋਏ ਵੀ ਵੀਜ਼ਾ ਨਹੀਂ ਲੈ ਪਾਉਂਦੇ। ਤਾਂ ਇਹ ਦੇਖਣਾ ਪੈਂਦਾ ਹੈ ਕਿ ਐਕਚੁਅਲ ਕਿਹੜੀ ਪ੍ਰੋਵਿੰਸ, ਕਿਹੜਾ ਕਾਲਜ ਔਰ ਕਾਲਜ ਦਾ ਕਿਹੜਾ ਕੈਂਪਸ ਜੋ ਤੁਹਾਨੂੰ ਵੀਜ਼ਾ ਮਿਲ ਸਕਦਾ ਹੈ, ਕਿਉਂਕਿ SOP 'ਚ ਕਿਸ ਤਰ੍ਹਾਂ ਉਹਨੂੰ ਰਿਪਰੈਜ਼ੈਂਟ ਕਰਾਂਗੇ। ਸੈਕਿੰਡ ਆਪਸ਼ਨਸ ਇੱਥੇ ਆ ਕੇ ਖੜਦੀਆਂ ਕਿ 1 ਸਾਲ ਦੀ ਫੀਸ ਪੇ ਕਰਨੀ ਹੈ। ਹੁਣ ਇਹ ਵੀ ਕੰਪੈਰੀਜ਼ਨ ਹੈ ਕਿਉਂਕਿ ਤੁਸੀਂ ਨੌਨ SDSC ਚੋਂ 6 ਮਹੀਨੇ ਦੀ ਫੀਸ ਨਾਲ ਵੀ ਫਾਈਲ ਲਾ ਦਿੰਦੇ ਹੋ, ਬਟ ਮੈਕਸਿਮਮ ਵੀ ਵਿਲ ਟਰਾਈ ਕਿ ਸਾਲ ਦੀ ਫੀਸ ਭਰੀ ਜਾਵੇ ਔਰ GIC ਭਰਿਆ ਜਾਵੇ, ਤਾਂ ਕਿ ਅਗਰ ਕੰਪੈਰੀਜ਼ਨ ਦੀ ਗੱਲ ਆ ਜਾਏ SDS ਨਾਲ ਸਾਨੂੰ, ਤਾਂ ਸਿਰਫ ਇੱਕ ਬੈਂਡ ਤੋਂ ਇਲਾਵਾ ਦੇਰ ਇਜ਼ ਨੋ ਅਦਰ ਡਿਫਰੈਂਸ ਹੋਵੇ ਵੀਜ਼ਾ ਅਫਸਰ ਦੇ ਦਿਮਾਗ ਵਿੱਚ ਕਿ ਸਾਲ ਦੀ ਫੀਸ ਉਹਨੇ ਭਰੀ ਹੈ, ਸਾਲ ਦੀ ਇਹਦੀ ਭਰੀ ਆ। ਡਾਕੂਮੈਂਟ ਹੈ ਸਿਰਫ ਇੱਕ, ਅਗਰ ਕਿਸੇ ਮੋਡਿਊਲ 'ਚ 1.5 ਆ ਗਏ ਤਾਂ ਉਹਦਾ ਹੀ ਜੋ ਸਾਡੇ ਕੋਲ ਉਹਦੀ ਸਫਾਈ ਹੈ ਜਾਂ ਡਿਫੈਂਸ ਹੈ ਉਹ ਸਾਡੇ ਕੋਲ ਹੈਗਾ, ਤਾਂ ਉਸ ਬੇਸ ਤੇ ਅਸੀਂ ਵੀਜ਼ਾ ਜੋ ਹੈ ਉਹ ਕਲਿੱਕ ਕਰ ਲੈਂਦੇ ਹਾਂ। ਕਾਲਸ ਲੈਣੇ ਵਿੱਚ ਬਿਲਕੁਲ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਆਈ ਥਿੰਕ ਫੋਨ ਕੱਟ ਗਿਆ ਜੀ, ਦੁਬਾਰਾ ਮਿਲਦਾ ਅਸੀਂ ਦੁਬਾਰਾ ਚੱਕਦੇ ਹਾਂ। ਸੋ ਦੇਖਣ ਵਾਲੀ ਗੱਲ ਜਾਂ ਸਮਝਣ ਵਾਲੀ ਗੱਲ ਇਹ ਹੈ, ਪ੍ਰੋਫਾਈਲ ਕੀ ਹੈ, ਕੈਂਪਸ ਕਿਹੜਾ ਚੂਜ਼ ਕਰ ਰਹੇ ਹੋ, ਕੋਰਸ ਕਿਹੜਾ ਚੂਜ਼ ਕਰ ਰਹੇ ਹੋ, ਰੈਲੇਵੈਂਟ ਹੈ ਜਾਂ ਨਹੀਂ ਹੈ, ਜਾਂ ਜਿਹੜਾ ਤੁਹਾਡੀ ਫਾਈਲ ਰਿਪਰੈਜ਼ੈਂਟ ਕਰ ਰਿਹਾ ਉਹ ਐਕਸਪੀਰੀਅੰਸ ਹੈ ਕਿ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਕਾਊਂਟ ਕਰਨਗੀਆਂ। ਬਿਲਕੁਲ ਬਿਲਕੁਲ। ਕਾਲਸ ਵੱਲ ਚੱਲਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਕੀ ਜੀ ਮੈਂ ਹਰਮਨ ਗੱਲ ਕਰਨਾ ਚਾਹੁੰਦੀ ਸਭ ਤੋਂ। ਜੀ ਹਰਮਨ ਭਾਜੀ ਕੀ ਕੈਨੇਡਾ ਪੁੱਛਣਾ ਜੀ, ਕੈਨੇਡਾ ਬਾਰੇ ਪਤਾ ਕਰਨਾ ਸੀ। ਪਲੱਸ 2 ਕੀਤੀ ਹੈ 2018 ਚ 60% ਨਾਲ, ਠੀਕ ਹੈ ਜੀ। ਅੱਜ ਤੋਂ ਓਵਰਆਲ 601 ਚੋਂ 5.5 ਹੈ ਜੀ। ਮੈਂ ਤਾਂ ਇਹ ਪਤਾ ਕਰਨਾ ਜੀ ਫਲਾਈਟਸ ਵਗੈਰਾ ਓਪਨ ਹੋ ਗਿਆ ਕੈਨੇਡਾ ਦੀ, ਤਾਂ ਹੀ ਅਪਲਾਈ ਕਰਨ ਦਾ ਫਾਇਦਾ ਨੇ, ਉਹ ਬਾਅਦ ਵਿੱਚ ਕਲਾਸ ਆਨਲਾਈਨ ਦਾ ਕਹਿ ਰਹੇ ਨੇ, ਉਸ ਬਾਰੇ ਥੋੜਾ ਭਾਜੀ ਸਬਜੈਕਟ ਕਿਹੜੇ ਸੀ ਤੁਹਾਡੇ ਕੋਲ? ਹਾਂਜੀ ਮੈਂ 8 ਸੀਗੇ ਜੀ। 8 ਸੀ। 2018 ਤੋਂ 20 ਤੱਕ ਕੀ ਕੀਤਾ ਜੀ ਤੁਸੀਂ? ਤਾਂ 20 ਤੱਕ ਸਰ ਮੈਂ ਜੌਬ ਕੀਤੀ ਹੈ ਜੀ। ਅੱਛਾ, ਸੈਲਰੀ ਅਕਾਊਂਟ 'ਚ ਆਉਂਦੀ ਸੀ? ਜੀ ਹਾਂਜੀ, ਅਕਾਊਂਟ 'ਚ ਸੀ ਜੀ। ਓਕੇ ਠੀਕ ਹੈ। ਅੱਛਾ, ਇੱਥੇ ਸਵਾਲ ਨੂੰ ਮੈਂ ਥੋੜਾ ਜਿਹਾ ਆਪਣੇ ਢੰਗ ਨਾਲ ਪੁੱਛਣਾ ਚਾਹੂੰਗਾ। ਪਹਿਲਾਂ ਤਾਂ ਬੱਚਾ ਕਨਫਿਊਜ਼ ਹੈ ਟਰੈਵਲ ਨੂੰ ਲੈ ਕੇ। ਬਿਲਕੁਲ। ਵੀ ਟਰੈਵਲ ਸ਼ੁਰੂ ਹੋਵੇ ਤੇ ਮੈਂ ਅਪਲਾਈ ਕਰਾਂ, ਬਿਲਕੁਲ। ਕੀ ਇਹ ਗੱਲ ਠੀਕ ਹੈ? ਬਹੁਤ ਸਾਰੇ ਬੱਚੇ ਹੈ, ਮੈਂ ਕਹਿ ਰਿਹਾ 80% ਸਟੂਡੈਂਟਸ ਅੱਜ 2020 ਪਾਸ ਆਊਟ ਘਰੇ ਬੈਠੇ, ਜੋ ਸਿਰਫ ਇਸ ਗੱਲ ਦੀ ਉਡੀਕ ਕਰ ਰਹੇ ਕਿ ਕਿਸ ਦਿਨ ਫਲਾਈਟ ਚੱਲੂਗੀ ਔਰ ਅਸੀਂ ਆਪਦੀ ਫਾਈਲ ਲੈ ਕੇ ਜਾਵਾਂਗੇ ਔਰ ਅਪਲਾਈ ਕਰਾਂਗੇ। ਪਰ ਭਾਜੀ ਉਹ ਕਦੋਂ ਫਲਾਈਟ ਚੱਲੀ, ਕਿਹੜਾ ਇਨਟੇਕ ਮਿਲਿਆ, ਕਦੋਂ ਅਪਲਾਈ ਹੋਇਆ? ਆਟੋਮੈਟਿਕ ਇਹਦੇ ਵਿੱਚ ਬਹੁਤ ਸਾਰੇ ਬੱਚੇ ਵੀਜ਼ਾ ਡਿਜ਼ਰਵ ਕਰਦੇ ਹੋਏ ਵੀ ਵੀਜ਼ਾ ਨਹੀਂ ਲੈ ਪਾਣਗੇ, ਕਿਉਂਕਿ ਜਦੋਂ ਫਲਾਈਟ ਚੱਲਣਗੀਆਂ ਕਿਊ ਬੇਸ ਹੋਊਗਾ। ਜੋ ਬੱਚੇ ਪਹਿਲੇ ਕਲਾਸਿਸ ਲਾ ਰਹੇ ਆ ਉਹਨਾਂ ਨੂੰ ਫਸਟ ਪ੍ਰੈਫਰੈਂਸ ਆਏਗੀ, ਫਿਰ AIPs ਜਿਨ੍ਹਾਂ ਨੂੰ ਮਿਲ ਗਏ ਉਹਨਾਂ ਨੂੰ ਪ੍ਰੈਫਰੈਂਸ ਆਏਗੀ ਉਸ ਤੋਂ ਬਾਅਦ। ਔਰ ਇੱਕ ਫਾਈਲ ਇਹ ਨਹੀਂ ਹੈ ਕਿ ਸਵੇਰੇ ਲੈਟ ਸਪੋਜ਼ ਟਰੈਵਲ ਸ਼ੁਰੂ ਹੋ ਜਾਂਦਾ ਤਾਂ ਤੁਸੀਂ ਅਗਲੇ ਦਿਨ ਹੀ ਤੁਹਾਡੀ ਫਾਈਲ ਤਿਆਰ ਹੈ, ਤੁਸੀਂ ਜਾ ਕੇ ਲਾ ਦੋਗੇ। ਇਟ ਵਿਲ ਟੇਕ ਅ ਮੰਥ। ਤੁਸੀਂ ਆਫਰ ਲੈਟਰ ਆਉਣੀ ਹੈ, ਉਸ ਤੋਂ ਬਾਅਦ ਤੁਸੀਂ ਫੀਸ ਪੇ ਕਰਨੀ ਹੈ, ਤੁਸੀਂ LOA ਲੈਣਾ ਹੈ, LOA ਤੋਂ ਬਾਅਦ ਤੁਸੀਂ ਡਾਕੂਮੈਂਟ ਪ੍ਰਪੇਅਰ ਕਰਨੇ ਹੈ, ਤਾਂ ਬਹੁਤ ਸਾਰੀ ਚੀਜ਼ਾਂ ਨੇ ਜੋ ਜ਼ਰੂਰਤ ਹੈ। ਇਸ ਤੋਂ ਚੰਗਾ ਇਹ ਹੈ ਕਿ ਤੁਹਾਡੀ ਫਾਈਲ ਪ੍ਰਪੇਅਰ ਹੋਵੇ, ਜੈਨ ਇਨਟੇਕ ਤੱਕ ਇਹ ਬਿਲਕੁਲ ਸ਼ੋਰ ਹੈ ਕਿ ਟਰੈਵਲ ਜੋ ਹੈ ਉਹ ਸ਼ੁਰੂ ਹੋ ਜਾਏਗਾ। ਤਾਂ ਜੈਨ ਇਨਟੇਕ ਲਈ ਲਾਸਟ ਆਪਸ਼ਨਸ ਹੈ 80% ਜੈਨ ਇਨਟੇਕ ਇਜ਼ ਫੁੱਲ। ਬਹੁਤ ਸਾਰੀ ਡੈਫਰਮੈਂਟਸ ਹੋਣ ਦੀ ਵਜ੍ਹਾ ਨਾਲ ਜੈਨ ਇਨਟੇਕ ਦੀ ਬਹੁਤ ਸਾਰੀ ਸੀਟਾਂ, ਬਹੁਤ ਸਾਰੇ ਕਾਲਜ ਨੇ ਜੈਨ ਇਨਟੇਕ ਖੋਲ੍ਹਿਆ ਹੀ ਨਹੀਂ, ਸਿੱਧਾ ਮਈ ਦੀ ਆਫਰਸ ਦੇ ਰਹੇ ਆ। ਤਾਂ ਫਿਰ ਅਗਰ ਤੁਸੀਂ ਮਈ ਤੇ ਚਲੇ ਗਏ ਔਰ 2020 ਪਾਸ ਆਊਟ ਹੋ ਤਾਂ 1 ਸਾਲ ਦਾ ਜੋ ਗੈਪ ਹੈ। ਹੁਣ ਅਨਾਉਂਸਮੈਂਟ ਹੋਈ ਸੀ ਵੀ 20 ਤਰੀਕ ਤੋਂ ਬਾਅਦ ਬੱਚੇ ਜਾ ਪਾਉਣਗੇ। ਬਿਲਕੁਲ। ਹੁਣ ਜਿਹੜੇ ਬੱਚਿਆਂ ਨੂੰ ਕਿਹਾ ਵੀ ਜਾ ਪਾਉਣਗੇ ਉਹ ਕਿਹੜੇ ਨੇ, ਤੇ ਕੀ ਜਿਹੜੇ ਬੱਚਿਆਂ ਨੇ ਡੈਫਰ ਲੈ ਲਈਆਂ ਸੀ ਵੀ ਹਰੇ ਆਨਲਾਈਨ ਕਲਾਸਿਸ ਨਹੀਂ ਲਾਉਣੀਆਂ ਜੀ ਅਸੀਂ ਡੈਫਰ ਲੈ ਲਾਂਗੇ, ਉਹਨਾਂ ਦਾ ਕੀ ਬਣੇਗਾ? ਦੇਖੋ, ਮੈਂ ਪਹਿਲੇ ਦੱਸਿਆ ਕਿ AIPs ਵੈਲਿਡ ਅੰਡਰ ਸਮ ਕੰਡੀਸ਼ਨਸ। ਜੇ ਉਸ ਕੰਡੀਸ਼ਨ ਨੂੰ ਤੁਸੀਂ ਤੋੜਦੇ ਹੋ ਤਾਂ ਵੀਜ਼ਾ ਅਫਸਰ ਤੁਹਾਨੂੰ ਦੁਬਾਰਾ ਡਾਕੂਮੈਂਟ ਰਿਪਰੈਜ਼ੈਂਟ ਕਰਨ ਲਈ ਦੇ ਸਕਦਾ। ਕਿਸ ਸੂਰਤ ਦੇ ਵਿੱਚ ਤੁਸੀਂ ਉਹਨੂੰ ਤੋੜਦਾ ਮੰਨਦੇ ਹੋ ਵੀ ਆਹ ਤੋੜੀ ਗਈ ਹੈ? ਬਿਲਕੁਲ, ਤੁਸੀਂ ਤੁਹਾਨੂੰ ਇੱਕ ਇਨਟੇਕ ਲਈ ਵੈਲਿਡ ਹੈ AIP, ਤੁਸੀਂ ਉੱਥੇ ਨਹੀਂ ਪੜਿਆ, ਡੈਫਰਮੈਂਟ ਦੇਤੀ, ਸਤੰਬਰ ਲਈ ਆਈ, ਨਹੀਂ ਪੜਿਆ, ਡੈਫਰ ਮੰਗ ਲਿਆ ਜਨਵਰੀ ਲਈ। ਹਾਲੇ AIP ਤੁਹਾਡੇ ਕੋਲ ਆਇਆ, ਐਮਬੈਸੀ ਨੂੰ ਨਹੀਂ ਪਤਾ। ਜਿਸ ਦਿਨ ਐਮਬੈਸੀ ਤੁਹਾਨੂੰ ਕਾਲ ਕਰੇਗੀ ਕਿ ਪਾਸਪੋਰਟ ਸਬਮਿਟ ਕਰਾਓ, PCC ਸਬਮਿਟ ਕਰਾਓ, ਮੈਡੀਕਲ ਸਬਮਿਟ ਕਰਾਓ, ਉਸ ਦਿਨ ਤੁਸੀਂ ਨਵੀਂ ਡੈਫਰਮੈਂਟ ਦੋਗੇ ਤਾਂ ਐਕਸਪਲੇਨੇਸ਼ਨ ਲੈਟਰ ਵੀ ਨਾਲ ਦੇਣਾ ਪੈਣਾ। ਫਿਰ ਵੀਜ਼ਾ ਅਫਸਰ ਤੁਹਾਨੂੰ ਸੌਫਟ
ਮਾਈਗ੍ਰੈਂਟ ਸਮਝ ਕੇ ਹੋ ਸਕਦਾ ਹੈ ਕਿ ਤੁਹਾਨੂੰ ਕਵੇ ਦੁਬਾਰਾ ਫਾਈਲ ਜਮ੍ਹਾਂ ਕਰਾਓ, ਅਸੀਂ ਇਸ ਨੂੰ ਅਪਰੂਵ ਨਹੀਂ ਕਰਾਂਗੇ। ਫਿਰ ਤੁਸੀਂ ਉਹ 6 ਮਹੀਨੇ ਦਾ ਗੈਪ ਕੀ ਪ੍ਰੂਵ ਕਰੋਗੇ ਮੈਂ ਕੀ ਕਰਦਾ ਰਿਹਾ। ਫਿਰ ਇਹ ਤਾਂ ਨਹੀਂ ਕਹਿ ਸਕਦੇ ਤੁਸੀਂ ਫਲਾਈਟ ਦੀ ਇਜਾਜ਼ਤ ਦਿੱਤੀ ਸੀ ਜੀ ਮੈਂ ਵੇਟ ਕਰਨ ਲੱਗ ਗਿਆ। ਤਾਂ ਕਿਉਂਕਿ ਉਹਨਾਂ ਨੇ ਪਹਿਲੇ ਕਿਹਾ ਕਿ ਆਨਲਾਈਨ ਕਲਾਸਿਸ ਤੁਸੀਂ ਸ਼ੁਰੂ ਕਰੋ, ਆਨਲਾਈਨ ਕਲਾਸਿਸ ਤੁਹਾਨੂੰ ਪੜ੍ਹਨੀਆਂ ਪੈਣਗੀਆਂ। ਕਿਉਂਕਿ ਸੈਕਿੰਡ ਚੀਜ਼ 10 ਬੱਚਿਆਂ ਵਿੱਚੋਂ ਸਿਰਫ 4-5 ਹੀ ਬੱਚੇ ਅਜੇ ਸੀਗੇ ਜਿਨ੍ਹਾਂ ਨੂੰ ਗਾਈਡੈਂਸ ਗਲਤ ਸੀ, ਜਿਨ੍ਹਾਂ ਨੇ AIPs ਜਾਂ ਜੋ ਆਪਣੀ ਕਲਾਸ ਹੈ ਉਹ ਡੈਫਰ ਕਰਾਈ, ਬਾਕੀ ਪੜ੍ਹ ਰਹੇ ਨੇ ਸਾਰੇ ਬੱਚੇ। ਫਿਰ ਉਹ ਬੱਚੇ ਜਦੋਂ ਤੁਹਾਡੇ ਸਾਹਮਣੇ AIPs ਪੁੱਟ ਕਰਨਗੇ ਆਟੋਮੈਟਿਕ ਤੁਸੀਂ ਉਹਨਾਂ ਨੂੰ ਇੱਕ ਬੇਸ ਦੇ ਦੋਗੇ ਕਿ ਤੁਹਾਨੂੰ ਇਸ 'ਤੇ ਕੁਐਸਚਨ ਕਰੇ ਐਮਬੈਸੀ। ਫਿਰ ਐਮਬੈਸੀ ਕੁਐਸਚਨ ਕਰੇਗੀ ਤਾਂ 101% ਜੋ ਹੈ ਉਹ ਤੁਹਾਨੂੰ ਦੁਬਾਰਾ ਤੋਂ ਫਾਈਲਿੰਗ ਜੋ ਹੈ ਉਹਦੇ ਵਿੱਚ ਜਾਣਾ ਪੈ ਸਕਦਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਆਪਣਾ UK ਸਟੱਡੀ ਵੀਜ਼ਾ ਬਾਰੇ ਪੁੱਛਣਾ ਚਾਹੁੰਦਾ ਸੀਗਾ ਜੀ। ਹਾਂਜੀ ਹਾਂਜੀ ਪੁੱਛੋ ਜੀ। ਸਰ ਮੈਂ ਆਪਣੀ +2 ਰੀਸੈਂਟਲੀ 2020 ਚ ਕਰੀ ਹੈ ਵਿਦ ਆਰਟਸ ਵਿਦ 85%। ਓਕੇ ਜੀ। ਠੀਕ ਹੈ ਜੀ, ਤੇ ਮੈਂ UK ਪੁੱਛਣਾ ਚਾਹੁੰਦਾ ਸੀ ਕਿ ਮੇਰਾ ਯੂਨੀਵਰਸਿਟੀ ਹੋ ਜਾਊਗਾ। ਮੇਰੇ ਇੰਗਲਿਸ਼ 70 ਮਾਰਕਸ ਨੇ ਜੀ ਆਊਟ ਆਫ 75। ਬੇਸਿਕਲੀ ਇਹ ਸਵਾਲ 5 ਅਕਤੂਬਰ ਤੋਂ ਬਾਅਦ ਬਹੁਤ ਜ਼ਿਆਦਾ ਆਉਣਾ ਸ਼ੁਰੂ ਹੋਇਆ, ਬਿਲਕੁਲ। ਜਦੋਂ ਲੱਗਿਆ ਵੀ ਬਦਲਾਅ ਆ ਗਏ। ਮੈਂ ਦੱਸ ਦਿੰਦਾ ਜੀ, ਇਸ ਸਮੇਂ ਚਾਹੇ ਜਿੰਨੀ ਮਰਜ਼ੀ ਐਡਵਰਟਾਈਜ਼ਮੈਂਟ ਆ ਰਹੀ ਹੈ, ਤੁਸੀਂ ਵਿਦਆਊਟ ਆਇਲਸ UK ਜਾਓ, ਤੁਹਾਨੂੰ ਆਇਲਸ ਨਹੀਂ। ਜੇ ਤੁਸੀਂ ਯੂਨੀਵਰਸਿਟੀ ਅਪਲਾਈ ਕਰਤਾ ਤਾਂ ਯੂਨੀਵਰਸਿਟੀ UK VI ਟੈਸਟ ਡਿਮਾਂਡ ਕਰ ਰਹੀ ਹੈ ਆਫਟਰ ਗਿਵਿੰਗ ਯੂ ਆਫਰ ਲੈਟਰ, ਕੈਸ਼ ਦੇਣ ਤੋਂ ਪਹਿਲੇ। ਤਾਂ ਇਹ ਗੱਲ ਸੋਚ ਲਓ, ਫਿਰ ਤੁਹਾਨੂੰ ਹੋ ਸਕਦਾ ਹੈ ਕਿ UK VI ਟੈਸਟ ਦੇਣਾ ਪਏ। ਤਾਂ ਕਿਉਂਕਿ ਕੈਸ਼ 'ਤੇ ਲਿਖ ਕੇ ਦੇਣਾ ਕਿ ਇੰਗਲਿਸ਼ ਜੋ ਐਬਿਲਿਟੀ ਹੈ ਮੈਂ ਕਿੱਦਾਂ ਚੈੱਕ ਕੀਤੀ, ਤਾਂ ਉਹ ਚੈੱਕ ਕਰ ਕਿਸੇ ਟੈਸਟ ਥਰੂ ਹੀ ਚੈੱਕ ਹੋਏਗੀ। ਕਿੰਨੀ ਸੱਚਾਈ ਹੈ ਮੈਨੂੰ ਕੱਲ ਹੀ ਕੋਈ ਦੱਸ ਰਹੇ ਸੀਗੇ, 1-2 ਕੰਸਲਟੈਂਟ ਵੀਰ ਹੀ ਸੀ ਬਿਲਕੁਲ ਵੀ UK ਨੇ ਹੁਣ ਇੰਟਰਵਿਊਜ਼ ਬਹੁਤ ਜ਼ਿਆਦਾ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਰੈਂਡਮਲੀ ਬਹੁਤ ਘੱਟ ਹੁੰਦੀਆਂ ਸੀ, ਬਿਲਕੁਲ ਹੁਣ ਵੱਧ ਗਈਆਂ। ਬਿਲਕੁਲ ਅਮਨ ਜੀ, ਉਹਦਾ ਕਾਰਨ ਇਹ ਹੈ ਕਿ ਜੋ ਬੱਚੇ ਆਇਲਸ ਨਹੀਂ ਦਿੱਤਾ, ਜਮ੍ਹਾਂ ਕਰਾਤੀ ਫਾਈਲ ਸਿੱਧੀ ਔਰ ਕੈਸ਼ ਆ ਗਿਆ, ਉਹਦੇ ਵਿੱਚ ਇੰਗਲਿਸ਼ ਪ੍ਰੂਫ ਸਿਰਫ ਇਹ ਹੈ ਕਿ ਯੂਨੀਵਰਸਿਟੀ ਨੇ ਸਕਾਈਪ 'ਤੇ ਟੈਸਟ ਲੈ ਲਿਆ ਤਾਂ ਵੀਜ਼ਾ ਅਫਸਰ ਆਪ ਵੀ ਟੈਸਟ ਲੈ ਰਿਹਾ। ਠੀਕ ਹੈ। ਸੈਕਿੰਡ ਚੀਜ਼ ਨਾਲ ਦੀ ਈਵਨ ਅਗਰ ਮੈਂ ਥੋੜ੍ਹਾ ਜਿਹਾ ਟਿਲਟ ਕਰਕੇ ਆਸਟ੍ਰੇਲੀਆ 'ਤੇ ਆਵਾਂ ਤਾਂ ਉਹਨਾਂ ਨੇ ਤਾਂ ਸਪਾਊਸ ਦੀ ਇੰਗਲਿਸ਼ ਵੀ ਮੈਂਡੇਟਰੀ ਕਰਤੀ ਕਿ ਹੁਣ ਸਪਾਊਸ ਜਾਏਗਾ ਉਹਦੀ ਇੰਗਲਿਸ਼ ਐਬਿਲਿਟੀ ਵੀ ਚੈੱਕ ਹੋਊਗੀ। ਤਾਂ ਫਿਰ ਉਸ ਚੱਕਰ ਵਿੱਚ ਹੁਣ ਬੱਚਿਆਂ 'ਤੇ ਬਹੁਤ ਜ਼ਿਆਦਾ ਟਾਈਟ ਹੋ ਰਿਹਾ। UK ਐਮਬੈਸੀ ਆਪ ਇੰਟਰਵਿਊ ਲੈ ਰਹੀ ਹੈ ਬੜੀ ਦੇਰ ਦਾ। ਤਾਂ ਉਸ ਤੋਂ ਅੱਛਾ ਇਹ ਹੈ ਕਿ ਹੁਣ ਆਇਲਸ ਦੀ ਡੇਟ ਬੜੀ ਫਰੀਕੁਐਂਟਲੀ ਮਿਲ ਰਹੀ ਹੈ। ਤੁਸੀਂ 75% ਨੰਬਰ ਲਿੱਤੇ ਹੈ ਤਾਂ ਤੁਸੀਂ 6 ਮਹੀਨੇ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ, ਤੁਸੀਂ ਆਨਲਾਈਨ ਵੀ ਕਲਾਸਿਸ ਲੈ ਕੇ ਕਲਿੱਕ ਕਰ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੋ ਯੂਨੀਵਰਸਿਟੀ ਹੈ ਉਹ ਤੁਹਾਡਾ ਇੰਟਰਵਿਊ ਲਏਗੀ ਜਾਂ ਫਿਰ UK VI ਟੈਸਟ ਤੁਹਾਨੂੰ ਦੇਣਾ ਪੈ ਸਕਦਾ। ਮਤਲਬ ਹੁਣ UK ਵਿਦਆਊਟ ਆਇਲਸ ਤੁਸੀਂ ਕਹਿੰਦੇ ਹੋ ਵੀ 5 ਅਕਤੂਬਰ ਤੋਂ ਬਾਅਦ ਜਿਹੜਾ ਉਹ ਨਹੀਂ ਹੋਏਗਾ ਜਾਂ ਨਹੀਂ ਉਹਦੇ 'ਚ ਤੁਹਾਨੂੰ ਆਫਰ? ਬਿਲਕੁਲ ਆਫਰ ਆ ਜਾਏਗੀ, ਫੀਸ ਵੀ ਜਮ੍ਹਾਂ ਕਰਾ ਦੋਗੇ ਤੁਸੀਂ, ਬਟ ਕੈਸ਼ 'ਤੇ ਕੰਡੀਸ਼ਨ ਆ ਜਾਊਗੀ। ਜਿਹੜੀ 5 ਅਕਤੂਬਰ ਤੋਂ ਪਹਿਲੇ ਗੱਲਾਂ ਹੋ ਰਹੀਆਂ ਸੀ ਵੀ ਕੋਈ ਬਦਲਾਅ ਨਹੀਂ ਆਉਣਾ, ਸੇਮ ਰਹੇਗਾ, ਡੁਲਿੰਗੋ ਟੈਸਟ ਦੇ ਦਿਓ, ਫਲਾਣਾ ਕਰ ਲਿਓ ਜਾਂ ਇਦਾਂ ਹੀ ਚੱਲੇਗਾ, ਜੈਨ ਦੀਆਂ ਆਫਰਸ ਆ ਰਹੀਆਂ ਨੇ, ਉਹ ਕੀ ਸੀ ਫਿਰ? ਦੇਖੋ ਉਹਦੇ ਵਿੱਚ ਗੱਲ ਇਹ ਹੈ ਕਿ ਦੈਟ ਇਜ਼ ਓਨਲੀ ਅ ਮਾਰਕੀਟ ਪਾਲਿਸੀ ਕਿ ਸ਼ਾਇਦ ਕੁਛ ਇਹ ਸਭ ਕੁਝ ਸੋਸ਼ਲ ਮੀਡੀਆ 'ਤੇ ਸੀ। ਅਸੀਂ ਇਸ ਪਲੇਟਫਾਰਮਸ 'ਤੇ ਤਾਂ ਸਾਰੇ ਹੀ ਜਿੰਨੇ ਵੀ ਸਾਡੇ ਕਾਬਿਲ ਦੋਸਤ ਅਸੀਂ ਹੁੰਦੇ ਹਾਂ, ਅਸੀਂ ਸਭ ਇਹ ਕਹਿ ਰਹੇ ਸੀ ਕਿ 5 ਤੋਂ ਬਾਅਦ UK ਮੁਸ਼ਕਲ ਹੋ ਜਾਏਗਾ ਔਰ ਤੁਹਾਨੂੰ ਇੰਗਲਿਸ਼ ਜੋ ਹੈ ਉਹ ਮੈਂਡੇਟਰੀ ਹੋ ਜਾਏਗੀ। ਤਾਂ ਸ਼ਾਇਦ ਤੁਸੀਂ ਇਹ ਗੱਲਾਂ ਜ਼ਰੂਰ ਕਿਸੇ ਫੇਸਬੁੱਕ ਇੰਸਟਾਗ੍ਰਾਮ 'ਤੇ ਦੇਖੀਆਂ ਹੋਣੀਆਂ, ਬਟ ਮੈਂ ਪਹਿਲੇ ਕਿਹਾ ਕਿ ਉਹਨਾਂ ਦੀ ਔਥੈਂਟਿਸਿਟੀ ਦਾ ਕੋਈ ਪ੍ਰੂਫ ਨਹੀਂ ਹੈ, ਕਿਉਂਕਿ ਅਗਰ ਗਾਈਡਲਾਈਨਸ ਆ ਰਹੀਆਂ ਤਾਂ ਉਹ ਫੋਲੋ ਹੋਣਗੀਆਂ ਔਰ UK ਦੀ ਤਾਂ ਆਦਤ ਹੈ ਕਿ ਓਵਰ ਅ ਨਾਈਟ ਫੋਲੋ ਕਰ ਦਿੰਦਾ। ਮਤਲਬ ਹੁਣ UK ਵਿਦ ਆਇਲਸ ਹੋਏਗਾ, ਵਿਦਆਊਟ ਆਇਲਸ ਨਹੀਂ ਹੋਏਗਾ? ਬਿਲਕੁਲ ਸੰਭਵ ਹੀ ਨਹੀਂ ਹੈ, ਕਿਉਂਕਿ ਤੁਹਾਨੂੰ ਆਇਲਸ ਸਿਰਫ ਆਇਲਸ ਟੈਸਟ ਨੂੰ ਮੰਨ ਰਹੇ ਹੋ, ਤੁਸੀਂ ਗੱਲਾਂ ਵਿੱਚ ਆ ਰਹੇ ਹੋ ਕਿ ਆਇਲ ਟੈਸਟ ਨਹੀਂ ਦੇਣਾ ਪਏਗਾ, ਤਾਂ ਇੱਕ ਸੈਪਰੇਟ ਗੱਲ ਹੈ। ਮੈਂ ਤੁਹਾਨੂੰ 50 ਬੱਚੇ ਦਿਖਾ ਦੇਣਾ ਜਿਨ੍ਹਾਂ ਨੂੰ ਕੈਸ਼ ਤੋਂ ਪਹਿਲੇ 5 ਤੋਂ ਬਾਅਦ ਜਿਨ੍ਹਾਂ ਦਾ ਕੈਸ਼ ਆਉਣਾ ਸੀ, ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ UK VI ਟੈਸਟ ਦੇ ਕੇ ਸਬਮਿਟ ਕਰਾ ਦਿਓ, ਕਿਉਂਕਿ ਉਹ UK ਲਈ ਵੈਲਿਡ ਹੈ। ਤਾਂ ਆਟੋਮੈਟਿਕ ਹਾਂ ਇਹ ਹੈ ਕਿ ਆਇਲਸ ਤੋਂ ਥੋੜ੍ਹਾ ਜਿਹਾ ਕਰਨਾ ਆਸਾਨ ਹੈ, ਈਜ਼ੀ ਹੈ, ਤਾਂ ਫਿਰ ਇਹ ਅਲੱਗ ਆਪਸ਼ਨ ਹੈ। ਜਾਂ ਫਿਰ ਯੂਨੀਵਰਸਿਟੀ ਤੁਹਾਡੇ ਤੋਂ ਇੰਟਰਵਿਊ ਲਏਗੀ ਸਕਾਈਪ 'ਤੇ। ਤੀਜਾ, ਫਿਰ ਇਸ ਕੇਸਿਸ ਵਿੱਚ ਅਗਰ ਤੁਸੀਂ ਚੈੱਕ ਕਰੋ ਕਿ ਕਿਹਨਾਂ ਦੇ ਇੰਟਰਵਿਊ ਆਈ, ਤਾਂ ਸਾਰੇ ਵਿਦਆਊਟ ਆਇਲਸ ਵਾਲੇ ਸੀ ਜਿਨ੍ਹਾਂ ਦੇ ਇੰਟਰਵਿਊ ਆਈ। ਰੋਜ਼ ਮੇਰੇ ਕੋਲ ਤਕਰੀਬਨ ਰੋਜ਼ 2-3 ਵੀਜ਼ਾ ਰਿਸੀਵ ਹੁੰਦੇ ਆ, ਸਾਰੇ ਉਹ ਬੱਚੇ ਨੇ ਜਿਨ੍ਹਾਂ ਕੋਲ ਆਇਲਸ ਹੈ। ਅਗਰ ਆਇਲਸ ਨਹੀਂ ਹੈ ਤਾਂ ਜਾਂ ਤਾਂ ਫਿਰ ਉਹਨਾਂ ਨੇ ਟੈਸਟ ਦਿੱਤਾ UK VI, ਜਾਂ ਫਿਰ ਉਹਨਾਂ ਨੇ ਕਾਲਜ ਜਾਂ ਹਾਈ ਕਮਿਸ਼ਨ ਨੂੰ ਇੰਟਰਵਿਊ ਦਿੱਤੀ। ਹੁਣ ਤਾਂ ਈਵਨ ਇਹ ਵੀ ਹੋ ਗਿਆ ਕਾਲਜ ਯੂਨੀਵਰਸਿਟੀ ਜਿਹੜੇ ਇੰਟਰਵਿਊ ਲੈਂਦੇ ਉਹ ਤਾਂ ਅਲੱਗ ਹੈ, ਜਦੋਂ ਵੀਜ਼ਾ ਆਫਿਸਰ ਵੀ ਲੈ ਰਹੇ ਆ, ਜਿੰਨੀ ਕੁ ਇਨਫੋਰਮੇਸ਼ਨ ਆਉਂਦੀ ਉਹਨਾਂ ਨੇ ਕਈ ਬੱਚਿਆਂ ਨੂੰ ਇਹ ਵੀ ਪੁੱਛਿਆ ਵੀ ਏਜੰਟ ਕੌਣ ਆ ਤੁਹਾਡਾ,
ਹਾਂ ਬਿਲਕੁਲ, ਉਹਦੇ ਵਿੱਚ ਉਹ ਵੀ ਬਹੁਤ ਵੱਡੀ ਪ੍ਰੋਬਲਮ ਹੋਈ। ਉਹਦੇ 'ਚ ਕੀ ਹੈ ਕਿ ਬਹੁਤ ਸਾਰੇ ਏਜੰਟਸ ਦੇ ਆਰ ਨਾਟ ਡਾਇਰੈਕਟਲੀ ਰਿਪਰੈਜ਼ੈਂਟ ਦਾ ਯੂਨੀਵਰਸਿਟੀ, ਸਬ ਏਜੰਟਸ ਨੇ। ਜਦੋਂ ਹਾਈ ਕਮਿਸ਼ਨ ਨੇ ਪੁੱਛਿਆ ਕਿ ਤੁਸੀਂ ਕੈਸ਼ ਕਿਸ ਦੇ ਥਰੂ ਲਿੱਤਾ, ਕੌਣ ਰਿਪਰੈਜ਼ੈਂਟ ਕਰ ਰਿਹਾ ਸੀ, ਉਹਨਾਂ ਨੇ ਨਾ ਕੋਈ ਹੋਰ ਲਿਆ, ਐਕਚੁਅਲੀ ਨਾ ਕੋਈ ਹੋਰ ਸੀ। ਤਾਂ ਇਸ ਚੱਕਰ ਵਿੱਚ ਵੀ ਬਹੁਤ ਬੱਚਿਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਮੈਂ ਹੁਣ ਤੁਹਾਨੂੰ ਸਮਝਾ ਦਿੰਦਾ ਸੀ, ਕਾਫੀ ਸਾਲਾਂ ਤੋਂ ਇਸ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਵੀ ਡਾਇਰੈਕਟਲੀ ਰਿਪਰੈਜ਼ੈਂਟੇਸ਼ਨ ਆਫ ਇੰਸਟੀਚਿਊਟ ਜਿਹੜਾ ਉਹ ਤੁਹਾਨੂੰ ਬੈਨੀਫਿਟ ਦਿੰਦਾ। ਹੁੰਦਾ ਕੀ ਹੈ, ਮੈਨੂੰ ਆਥੋਰਾਈਜ਼ ਕੀਤਾ ਇੱਕ ਯੂਨੀਵਰਸਿਟੀ ਨੇ ਵੀ ਤੁਸੀਂ ਸਾਡੇ ਜਿਹੜੇ ਏਜੰਟ ਹੋ, ਤੁਸੀਂ ਸਾਨੂੰ ਬੱਚੇ ਇਨਰੋਲ ਕਰਕੇ ਦਿਓ। ਗੌਰਵ ਜੀ ਕੋਲੋਂ ਨਹੀਂ ਹੈ। ਗੌਰਵ ਜੀ ਨੇ ਮੈਨੂੰ ਕਿਹਾ ਵੀ ਕਾਲਜ ਜਾਂ ਯੂਨੀਵਰਸਿਟੀ ਤੋਂ ਮੈਨੂੰ ਆਫਰ ਮੰਗਵਾ ਦਿਓ, ਮੇਰੇ ਕੋਲ ਸਟੂਡੈਂਟ ਆ, ਮੈਂ 2-4 ਮੰਗਵਾ ਕੇ ਦੇ ਤੇ। ਪਹਿਲਾਂ ਕੀ ਸਿਸਟਮ ਸੀ, ਇੰਟਰਵਿਊ ਨਹੀਂ ਸੀ, ਵੀਜ਼ਾ ਲੱਗ ਜਾਂਦਾ ਸੀ, ਬੱਚੇ ਚਲੇ ਜਾਂਦੇ ਸੀ, ਬੱਚੇ ਨੂੰ ਨਹੀਂ ਪਤਾ ਹੁੰਦਾ ਵੀ ਆਇਆ ਕਿੱਥੋਂ ਹੈ ਆਫਰ। ਹੁਣ ਜਦੋਂ ਵੀਜ਼ਾ ਆਫਿਸਰ ਪੁੱਛਦਾ ਵੀ ਤੁਸੀਂ ਕਿੱਥੋਂ ਮੰਗਵਾਇਆ, ਜਿਵੇਂ ਗੌਰਵ ਜੀ ਨੇ ਕਿਹਾ, ਤੁਸੀਂ ਨਾਮ ਲੈਂਦੇ ਹੋ ਗੌਰਵ ਜੀ, ਤੁਸੀਂ ਆਪਣੀ ਜਗ੍ਹਾ ਠੀਕ ਹੋ। ਹਾਂ ਬਿਲਕੁਲ। ਹੁਣ ਨਾ ਤੁਹਾਨੂੰ ਗੌਰਵ ਜੀ ਨੇ ਦੱਸਣਾ, ਕਿਉਂਕਿ ਉਹ ਵੀ ਨਹੀਂ ਚਾਹੁੰਦੇ, ਕਿਉਂਕਿ ਬਿਜ਼ਨਸ ਹੈ, ਅਤੇ ਨਾ ਉਹ ਮੈਨੂੰ ਪਤਾ ਵੀ ਤੁਸੀਂ ਕੌਣ ਹੋ। ਸੋ ਉਸ ਜਗ੍ਹਾ 'ਤੇ ਕਲੈਸ਼ ਆ ਕੇ ਨੁਕਸਾਨ ਹੁੰਦਾ, ਰਿਫਿਊਜ਼ਲ ਦਾ ਕਾਰਨ ਬਣ ਰਹੀ ਹੈ। ਸੋ ਇਹ ਜਿਹੜੀ ਚੀਜ਼ ਹੈ ਨਾ ਬਣੇ ਰਿਫਿਊਜ਼ਲ ਦਾ ਕਾਰਨ, ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹੋਏ ਕੰਸਲਟੈਂਟ ਜਿਹੜੇ ਆ ਉਹੀ ਚੂਜ਼ ਕੀਤੇ ਜਾਣ। ਸੋ ਕਾਲਸ ਵੱਲ ਚੱਲਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਮੇਰੀ ਜਿਹੜੀ ਹੈਗੀ ਕੈਨੇਡਾ ਦੀ ਸਟੱਡੀ ਦੇ ਨਾਲ ਰਿਗਾਰਡਿੰਗ ਮੈਂ ਮਾਸਟਰਸ ਕੰਪਲੀਟ ਕੀਤੀ ਹੈ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਜੀ। ਹਾਂਜੀ ਮੇਰੀ 19 ਦੇ ਵਿੱਚ ਕੰਪਲੀਟ ਹੈ ਐਂਡ ਮੇਰੀ ਓਵਰਆਲ ਪਰਸੈਂਟੇਜ ਹੈਗੀ 70। ਓਕੇ ਮੈਮ। ਐਂਡ ਆਈ ਸਕੋਰ ਹੈਗਾ 6 in 3 and 1 in 6.5. So having any possibility in college? 6 in each and in one you have 6.5 or 5.5? 6.5 sir. 6.5. Okay. ਤੇ ਕਿੱਥੇ ਜਾਣਾ ਚਾਹੁੰਦੇ, ਕਿਹੜੀ ਕੰਟਰੀ ਬਾਰੇ? ਸਰ ਕੈਨੇਡਾ ਦੇ ਲਈ। ਕੈਨੇਡਾ ਮਾਸਟਰ ਕੀਤੀ ਹੋਈ ਹੈ ਜੀ? ਬਿਲਕੁਲ, ਮਾਸਟਰ ਕੰਪਿਊਟਰ ਸਾਇੰਸ ਹੈ। ਬਹੁਤ ਸਾਰੇ ਇਸ ਤੋਂ ਅੱਗੇ ਨਿਕਲਦਾ ਕਿ ਤੁਸੀਂ MBA ਵੀ ਕਰ ਸਕਦੇ ਹੋ ਜਾਂ ਪ੍ਰੋਜੈਕਟ ਮੈਨੇਜਮੈਂਟ, ਉਸ ਤੋਂ ਬਾਅਦ ਡਾਟਾ ਐਨਾਲਿਸਿਸ, ਬੜੇ ਸਾਰੇ ਜੋ ਫੀਲਡਸ ਹੈ ਇਸ ਤੋਂ ਅੱਗੇ ਨਿਕਲਦੀਆਂ। ਜੈਨ ਟੇਕ ਮਿਲੂਗਾ। SDS ਪ੍ਰੋਫਾਈਲ ਹੈ, ਡੋਂਟ ਵਰੀ, ਕਿਉਂਕਿ ਤੁਹਾਡਾ ਪ੍ਰੋਫਾਈਲ ਬਹੁਤ ਅੱਛਾ ਹੈ, ਮਾਰਕਸ ਬਹੁਤ ਵਧੀਆ ਔਰ ਤੁਹਾਨੂੰ ਵੀਜ਼ਾ ਜੋ ਪੋਸੀਬਿਲਿਟੀ ਹੈ ਬਹੁਤ ਜ਼ਿਆਦਾ ਹਾਈ ਹੈ। ਬਸ 2-3 ਚੀਜ਼ਾਂ ਦਾ ਧਿਆਨ ਰੱਖਣਾ। ਪਹਿਲਾ ਕਿ ਰਿਪਰੈਜ਼ੈਂਟੇਸ਼ਨ, ਜਿਵੇਂ ਅਮਨ ਜੀ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਡਾਇਰੈਕਟ ਹੋਵੇ। SOP ਦਾ ਬਹੁਤ ਵੱਡਾ ਰੋਲ ਹੈ। SOP ਬਹੁਤ ਤਰੀਕੇ ਨਾਲ ਲਿਖਣੀ ਔਰ ਬਹੁਤ ਤੁਹਾਡੀ ਕਿੰਨਾ ਕੁ ਤੁਹਾਡੀ ਕੀ ਸਟੋਰੀ ਹੈ, ਤੁਹਾਡਾ ਕੀ ਏਮ ਹੈ, ਤੁਸੀਂ ਕਿਹਨੂੰ ਰੋਲ ਮਾਡਲ ਮੰਨਦੇ ਹੋ, ਉਹ ਸਾਰਾ। ਔਰ ਤੁਸੀਂ ਕੈਨੇਡਾ ਕਿਉਂ ਚੂਜ਼ ਕੀਤਾ, ਆਸਟ੍ਰੇਲੀਆ, US ਜਾਂ UK ਕਿਉਂ ਨਹੀਂ ਗਏ, ਜਾਂ ਇੰਡੀਆ 'ਚ ਕਿਉਂ ਨਹੀਂ ਪੜ੍ਹੇ। ਤਾਂ ਇਹ ਸਾਰੀ ਚੀਜ਼ ਦਾ ਕੰਪੈਰੀਜ਼ਨ ਬੜੇ ਹੀ ਸਹੀ ਤਰੀਕੇ ਨਾਲ ਔਰ ਓਥੈਂਟਿਕਲੀ ਕਰਕੇ ਦੇਣਾ। ਔਰ ਜੈਨ ਇਨਟੇਕ ਲਈ ਜੋ ਹੈ ਉਹ ਤੁਸੀਂ ਵੈਲਕਮ, ਤੁਹਾਡਾ ਵੀਜ਼ਾ ਹੈ ਜ਼ਰੂਰ ਲੱਗੂਗਾ ਜੀ। ਸੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਜੀ, ਤੁਸੀਂ ਵੀ ਡਾਇਰੈਕਟਲੀ ਪੁੱਛ ਸਕਦੇ ਹੋ। ਕਾਫੀ ਬੱਚੇ ਸਵਾਲ ਕਰ ਵੀ ਰਹੇ ਨੇ, ਗੌਰਵ ਜੀ ਕੋਸ਼ਿਸ਼ ਕਰ ਰਹੇ ਇਸੇ ਸ਼ੋਅ ਦੇ ਥਰੂ ਜਵਾਬ ਦੇਣ ਦੀ, ਬਟ ਜੇ ਤੁਹਾਡਾ ਕਾਲ ਨਹੀਂ ਲੱਗ ਰਿਹਾ, ਬਿਜ਼ੀ ਆ ਰਿਹਾ, ਤਾਂ ਉਸ ਤੋਂ ਬਾਅਦ ਵੀ ਤੁਸੀਂ ਕਾਲ ਕਰੋਗੇ ਤਾਂ ਇਹਨਾਂ ਦੀ ਕੰਪਨੀ ਜਿਹੜੀ ਹੈ ਤੁਹਾਨੂੰ ਫ੍ਰੀ ਆਫ ਕਾਸਟ ਕਾਉਂਸਲਿੰਗ ਦੇ ਕੇ ਜਿਹੜੀ ਹੈਲਪ ਕਰਨ ਦੀ ਕੋਸ਼ਿਸ਼ ਕਰੇਗੀ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਪੁੱਛਣਾ ਚਾਹੁੰਦੇ ਜੀ? ਹਾਂਜੀ ਸਰ, ਗੁਰਮੀਤ ਗੱਲ ਕਰ ਰਹੀ ਹਾਂ ਮੈਂ ਫਗਵਾੜੇ ਤੋਂ। ਜੀ ਮੈਮ। ਹਾਂਜੀ ਸਰ, ਮੈਂ BCom ਕਰੀ ਹੈ 2018 ਦੇ ਵਿੱਚ ਜੀ। ਕੈਨੇਡਾ ਦੇ ਸਟੱਡੀ ਵੀਜ਼ੇ ਬਾਰੇ ਪੁੱਛਣਾ ਹੈ। 18 ਤੋਂ 20 ਕੀ ਕੀਤਾ ਜੀ ਤੁਸੀਂ? ਸਰ ਮੇਰੇ ਕੋਲ ਐਕਸਪੀਰੀਅੰਸ ਹੈ, ਸੈਲਰੀ ਮੇਰੇ ਅਕਾਊਂਟ ਚੱਲਦੀ ਹੈ। ਓਕੇ, IELTS ਕੀਤਾ? ਹਾਂਜੀ IELTS ਕੀਤਾ? ਸਰ ਓਵਰਆਲ ਮੇਰੇ 6 ਬੈਂਡ ਹੈ, 1 ਬੈਂਡ ਹੈ। ਓਕੇ, ਦੇਖੋ ਪਹਿਲੀ ਗੱਲ ਤਾਂ ਤੁਸੀਂ ਕਿਸ ਫੀਲਡ ਵਿੱਚ ਕੰਮ ਕਰ ਰਹੇ ਸੀ ਉਹਦਾ ਪ੍ਰੂਫ ਸਾਨੂੰ ਚਾਹੀਦਾ, ਕਿਉਂਕਿ ਸੈਲਰੀ ਅਕਾਊਂਟ 'ਚ ਆ ਰਹੀ ਸੀ, ਰਿਟਰਨਸ ਪੇ ਕਰ ਰਹੇ ਸੀ, ਨਹੀਂ ਕਰ ਰਹੇ ਸੀ। ਸੈਕਿੰਡ ਚੀਜ਼, ਅਗਰ ਤੁਸੀਂ ਨਹੀਂ ਕਰ ਰਹੇ ਸੀ ਕਿ ਫਾਰਮ 16 ਜੋ ਹੈ ਉਹ ਮਿਲ ਰਿਹਾ ਸੀ। ਥਰਡ ਚੀਜ਼ 6 ਹੈ, ਇੱਕ ਵੀ 5.5 ਹੈ, ਕਿਹੜੇ ਮੋਡਿਊਲ ਵਿੱਚ ਹੈ। ਦੂਜੀ ਚੀਜ਼ ਪਰਸੈਂਟੇਜ ਕੀ ਹੈ BCom ਵਿੱਚ, ਸਬਜੈਕਟ ਵਾਈਜ਼ ਕੀ ਪਰਸੈਂਟੇਜ ਹੈ, ਇਹ ਵੀ ਦੇਖਣਾ। ਜੈਨ ਇਨਟੇਕ, MCom, ਤੁਸੀਂ PG ਡਿਪਲੋਮਾ, PG ਡਿਗਰੀ, ਇਹ ਸਾਰੀ ਆਪਸ਼ਨਸ ਹੈ ਤੁਹਾਡੇ ਕੋਲ ਔਰ ਬਹੁਤ ਵਧੀਆ ਪ੍ਰੋਫਾਈਲ ਹੈ। ਜ਼ਰੂਰ ਗਵਰਨਮੈਂਟ ਕਾਲਜ ਜਾਂ ਤੁਸੀਂ ਕਿਊਬਿਕ ਵੱਲ ਵੀ ਜਾ ਸਕਦੇ ਹੋ, ਕਿਉਂਕਿ ਉੱਥੇ ਵੀ ਜੋ ਹੈ ਉਹ ਬਹੁਤ ਅੱਛੀ ਆਪਸ਼ਨਸ ਹੈ, ਜੋ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ। ਤਾਂ ਤੁਹਾਨੂੰ ਦੋਨੋਂ ਵਿਊਜ਼ ਦੇ ਵਿੱਚ ਜੋ ਹੈ ਉਹ ਜੈਨ ਵਿੱਚ ਵੀਜ਼ਾ ਜੋ ਹੈ ਉਹ ਮਿਲ ਸਕਦਾ ਜੀ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਰਹਿ ਗਿਆ ਹੋਵੇ, ਡਾਇਰੈਕਟਲੀ ਇਹਨਾਂ ਤੱਕ ਹੁਣ ਅਪਰੋਚ ਤੁਸੀਂ ਕਰ ਸਕਦੇ ਹੋ, ਕਿਉਂਕਿ ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਜੀ ਡਿਸਕਸ਼ਨ ਅੱਗੇ ਵਧਾਉਣ ਦੇ ਲਈ। ਬਟ ਗੌਰਵ ਭਾਜੀ, ਸ਼ੋਅ 'ਚ ਆਉਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।
ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।